ਸਤਿਕਾਰਯੋਗ ਸਰੋਤਿਓ, ਹੁਣ ਅਸੀਂ ਦਾਰਸ਼ਨਿਕ ਕਿਰਿਆਵਾਂ ਫਿਲਾਸਫੀਕਲ ਐਕਟੀਵਿਟੀਜ਼ ਦੇ ਵਿਸ਼ੇ 'ਤੇ ਥੋੜ੍ਹੀ ਗੱਲ ਕਰਾਂਗੇ ਅਤੇ ਨਾਲ ਦਰਸ਼ਨ ਸ਼ਾਸਤਰ ਦੀਆਂ ਵਿਸ਼ੇਸ਼ਤਾਵਾਂ ਕਰੈਕਟਰਿਸਟਿਕਸ ਆਫ ਫਿਲਾਸਫੀ ਬਾਰੇ ਗੱਲ ਕਰਾਂਗੇ। ਦਾਰਸ਼ਨਿਕ ਕਿਰਿਆਵਾਂ ਤੋਂ ਭਾਵ ਹੈ ਇੱਕ ਦਾਰਸ਼ਨਿਕ ਕਿਸ ਪ੍ਰਕਾਰ ਦੀਆਂ ਕਿਰਿਆਵਾਂ ਕਰਦਾ ਹੈ। ਦਾਰਸ਼ਨਿਕ ਕਿਰਿਆ ਚਿੰਤਨ ਦੀ ਕਿਰਿਆ ਹੈ, ਕਿਸੇ ਵਿਸ਼ੇ ਦੀ ਤਹਿ ਤੱਕ ਜਾਣਨ ਦੀ ਕਲਾ ਦਰਸ਼ਨ ਹੈ। ਮਨੋਵਿਗਿਆਨ ਉਹ ਹੈ ਜੋ ਇੱਕ ਮਨੋਵਿਗਿਆਨਿਕ ਬਣਾਉਂਦਾ ਹੈ। ਇਸੇ ਤਰ੍ਹਾਂ ਦਰਸ਼ਨ ਹੈ ਜੋ ਇੱਕ ਦਾਰਸ਼ਨਿਕ ਰਾਹੀਂ ਕੀਤਾ ਜਾਂਦਾ ਹੈ। ਕਿਸੇ ਵਿਸ਼ੇ ਨੂੰ ਦਰਸ਼ਨ ਦੇ ਢੰਗ ਅਤੇ ਦ੍ਰਿਸ਼ਟੀਕੋਣ ਰਾਹੀਂ ਸਮਝਣਾ ਦਾਰਸ਼ਨੀਕਰਨ ਕਹਿਲਾਉਂਦਾ ਹੈ। ਇਸ ਵਿੱਚ ਸੋਚਣਾ, ਆਲੋਚਨਾ ਕਰਨਾ, ਦਾਰਸ਼ਨਿਕ ਸਮੱਸਿਆਵਾਂ ਨੂੰ ਹੱਲ ਕਰਨਾ ਆਦਿ ਸ਼ਾਮਲ ਹੈ। ਦਾਰਸ਼ਨਿਕ ਕਿਰਿਆ ਹਮੇਸ਼ਾ ਹੈਰਾਨੀ, ਅਸੰਤੋਸ਼ ਅਤੇ ਸ਼ੱਕ ਤੋਂ ਸ਼ੁਰੂ ਹੁੰਦੀ ਹੈ। ਇਸ ਵਿੱਚ ਦਾਰਸ਼ਨਿਕ ਆਪਣੇ ਤਜਰਬੇ ਦੇ ਆਧਾਰ 'ਤੇ ਚਿੰਤਨ, ਤਰਕ ਕਰਦਾ ਹੈ। ਦਾਰਸ਼ਨਿਕ ਕਿਰਿਆ ਇੱਕ ਦਾਰਸ਼ਨਿਕ ਚਿੰਤਨ ਹੀ ਹੈ। ਦਾਰਸ਼ਨਿਕ ਚਿੰਤਨ ਦੀਆਂ ਕੁਝ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹਨ, ਜਿਵੇਂ ਦਾਰਸ਼ਨਿਕ ਚਿੰਤਨ ਗਿਆਨ ਅਤੇ ਤਜਰਬੇ ਵਿੱਚ ਵਾਧੇ ਦੇ ਨਾਲ ਨਾਲ ਹੌਲੀ ਹੌਲੀ ਪੱਕਦਾ ਹੈ। ਦਾਰਸ਼ਨਿਕ ਚਿੰਤਨ ਇੱਕ ਵਿਅਕਤੀ ਅਤੇ ਵਿਅਕਤੀਆਂ ਦੇ ਗਰੁੱਪ ਰਾਹੀਂ ਹੋ ਸਕਦਾ ਹੈ। ਦਾਰਸ਼ਨਿਕ ਚਿੰਤਨ ਵਿਆਪਕ ਹੈ। ਇਹ ਦਾਰਸ਼ਨਿਕ ਵਿਧੀਆਂ ਅਤੇ ਦ੍ਰਿਸ਼ਟੀਕੋਣ ਅਪਣਾਉਂਦਾ ਹੈ। ਇਹ ਦਾਰਸ਼ਨਿਕ ਸਮੱਸਿਆਵਾਂ ਨਾਲ ਸੰਬੰਧਿਤ ਹੁੰਦਾ ਹੈ। ਦਾਰਸ਼ਨਿਕ ਪ੍ਰਭਾਵ ਫਿਲਾਸਫੀਕਲ ਇਫੈਕਟਸ। ਹੋਰ ਵਿਗਿਆਨ ਮਨੁੱਖ ਦੀ ਕੋਈ ਨਾ ਕੋਈ ਸਮੱਸਿਆ, ਯਾਨੀ ਕਿ ਹਰ ਵਿਗਿਆਨ, ਕੋਈ ਵੀ ਜਿਹੜੀ ਵਿਗਿਆਨ ਆ ਉਹ ਮਨੁੱਖ ਦੀ ਕੋਈ ਨਾ ਕੋਈ ਸਮੱਸਿਆ ਹੱਲ ਕਰਦਾ ਹੈ। ਇਸ ਦੌਰਾਨ ਉਸ ਦੇ ਸਿੱਟਿਆਂ ਦਾ ਮਨੁੱਖ ਅਤੇ ਸਭਿਅਤਾ 'ਤੇ ਕੁਝ ਖਾਸ ਪ੍ਰਭਾਵ ਪੈਂਦਾ ਹੈ ਅਤੇ ਇਹ ਪੈਣਾ ਜ਼ਰੂਰੀ ਵੀ ਹੈ। ਇਸ ਤਰ੍ਹਾਂ ਦਾਰਸ਼ਨੀਕਰਨ ਵੀ ਕਈ ਪ੍ਰਕਾਰ ਦੇ ਹੇਠ ਦਿੱਤੇ ਪ੍ਰਭਾਵ ਪਾਉਂਦਾ ਹੈ। ਦਾਰਸ਼ਨਿਕ ਉੱਤੇ ਇਫੈਕਟ, ਯਾਨੀ ਕਿ ਦਾਰਸ਼ਨਿਕ ਦੇ ਉੱਤੇ ਕੀ ਪ੍ਰਭਾਵ ਪੈਂਦਾ, ਕੀ ਇਫੈਕਟ ਹੁੰਦਾ। ਦਰਸ਼ਨ ਦਾ ਪ੍ਰਭਾਵ, ਜੋ ਪ੍ਰਮੁੱਖ ਪ੍ਰਭਾਵ ਆਪਾਂ ਕਹਿ ਸਕਦੇ ਹਾਂ ਕਿ ਦਾਰਸ਼ਨਿਕ ਉੱਪਰ ਪੈਂਦਾ ਹੈ ਕਿ ਉਸ ਦੀਆਂ ਇੱਛਾਵਾਂ, ਉਸ ਦੀ ਜ਼ਿੰਦਗੀ ਦੇ ਉਦੇਸ਼, ਉਸ ਦੇ ਨਿਖੜਵੇਂ ਵਿਅਕਤਿਤਵ ਉੱਤੇ ਇਸ ਪ੍ਰਭਾਵ ਦੀ ਝਲਕ ਸਾਫ਼ ਦਿਖਾਈ ਪੈਂਦੀ ਹੈ। ਇੱਕ ਸਹੀ ਦਾਰਸ਼ਨਿਕ ਦੀ ਸੋਚ, ਕਿਰਿਆਵਾਂ ਅਤੇ ਵਿਅਕਤਿਤਵ ਉੱਚਤਮ ਗੁਣਾਂ ਵਾਲੇ ਹੋ ਜਾਂਦੇ ਹਨ। ਇਸ ਤੋਂ ਇਲਾਵਾ ਸਮੂਹ ਜੀਵਨ ਦੇ ਉੱਪਰ ਕੀ ਪ੍ਰਭਾਵ ਪੈਂਦਾ ਹੈ। ਹਰ ਦਾਰਸ਼ਨਿਕ ਸਿੱਟੇ ਦਾ ਪ੍ਰਭਾਵ ਨਾ ਕੇਵਲ ਮਨੁੱਖ 'ਤੇ ਬਲਕਿ ਮਨੁੱਖਾਂ ਦੇ ਸਮੂਹ ਜੀਵਨ 'ਤੇ ਵੀ ਪੈਂਦਾ ਹੈ। ਜਿਵੇਂ ਇੱਕ ਦਾਰਸ਼ਨਿਕ ਸਿੱਟਾ ਜਿਸ ਨੂੰ ਲੋਕਤੰਤਰ ਕਹਿੰਦੇ ਹਨ ਦਾ ਪ੍ਰਭਾਵ ਹਰ ਲੋਕਤੰਤਰੀ ਸਮਾਜ 'ਤੇ ਵੇਖਿਆ ਜਾ ਸਕਦਾ ਹੈ। ਸਭਿਅਤਾ ਅਤੇ ਸੱਭਿਆਚਾਰ ਉੱਤੇ ਕੀ ਪ੍ਰਭਾਵ ਪੈਂਦਾ ਹੈ। ਦਰਸ਼ਨ ਦਾ ਪ੍ਰਭਾਵ ਸਭਿਅਤਾ ਅਤੇ ਸੱਭਿਆਚਾਰ 'ਤੇ ਵੀ ਪੈਂਦਾ ਹੈ। ਭਾਰਤ ਦੀ ਸਭਿਅਤਾ ਅਤੇ ਸੱਭਿਆਚਾਰ ਇਸ ਦੇ ਪੁਰਾਤਨ ਦਾਰਸ਼ਨਿਕ ਵਿਚਾਰਾਂ ਦੀ ਹੀ ਦੇਣ ਹਨ, ਜੋ ਸਦੀਆਂ ਤੋਂ ਚੱਲਦੇ ਆ ਰਹੇ ਹਨ ਅਤੇ ਸਦੀਵੀ ਚੱਲਦੇ ਰਹਿਣਗੇ। ਅੱਗੇ ਅਸੀਂ ਦਰਸ਼ਨ ਸ਼ਾਸਤਰ ਦੀਆਂ ਵਿਸ਼ੇਸ਼ਤਾਵਾਂ ਕਰੈਕਟਰਿਸਟਿਕਸ ਆਫ ਫਿਲਾਸਫੀ ਬਾਰੇ ਗੱਲ ਕਰਦੇ ਹਾਂ। ਹੁਣ ਅਧਿਐਨ ਤੋਂ ਬਾਅਦ ਜੋ ਅਸੀਂ ਅੰਡਰਸਟੈਂਡ ਕੀਤਾ, ਉਸ ਤੋਂ ਬਾਅਦ ਕੁਝ ਸਾਨੂੰ ਸਿੱਟੇ ਕੱਢ ਸਕਦੇ ਹਾਂ ਅਸੀਂ, ਜਿਵੇਂ ਜਿਨ੍ਹਾਂ ਨੂੰ ਦਰਸ਼ਨ ਦੀਆਂ ਵਿਸ਼ੇਸ਼ਤਾਵਾਂ ਵੀ ਕਿਹਾ ਜਾਂਦਾ ਹੈ। ਜਿਵੇਂ ਨੰਬਰ 1 ਤੇ ਆਪਾਂ ਕਹਿ ਸਕਦੇ ਹਾਂ ਕਿ ਦਰਸ਼ਨ ਗਿਆਨ ਦਾ ਪ੍ਰੇਮ ਹੈ। ਇਸ ਦੇ ਸ਼ਾਬਦਿਕ ਅਰਥ ਤੋਂ ਹੀ ਇਹ ਪਤਾ ਲੱਗਦਾ ਹੈ ਕਿ ਦਰਸ਼ਨ ਗਿਆਨ ਦਾ ਪ੍ਰੇਮੀ ਹੈ। ਗਿਆਨ ਦੇ ਪ੍ਰੇਮੀ ਤੋਂ ਭਾਵ ਕਿ ਇਹ ਮਨੁੱਖ ਦੀ ਜਿਗਿਆਸਾ ਪੂਰੀ ਕਰਦਾ ਹੈ ਜਾਂ ਵਧਾਉਂਦਾ ਹੈ। ਅਜਿਹਾ ਮਨੁੱਖ ਲਈ ਉਸ ਦੇ ਅਸਤਿਤਵ ਲਈ ਅਤਿ ਜ਼ਰੂਰੀ ਹੈ, ਕਿਉਂਕਿ ਮਨੁੱਖ ਕੁਝ ਵੀ ਨਹੀਂ ਜੇਕਰ ਉਸ ਵਿੱਚ ਬੁੱਧੀ, ਗਿਆਨ ਅਤੇ ਆਪਣੇ ਆਪ ਦੇ ਨਾਲ ਕੁਦਰਤ ਨੂੰ ਜਾਣਨ ਦੀ ਜਿਗਿਆਸਾ ਨਾ ਹੋਵੇ। ਕੇਵਲ ਦਰਸ਼ਨ ਸ਼ਾਸਤਰ ਹੀ ਅਜਿਹੇ ਪ੍ਰਮੁੱਖ ਕੰਮ ਦੇ ਯੋਗ ਹੈ।
ਹੁਣ ਦਰਸ਼ਨ ਪੁਰਾਤਨ ਹੈ, ਯਾਨੀ ਕਿ ਫਿਲਾਸਫੀ ਇਜ਼ ਯੂਨੀਕ। ਦਰਸ਼ਨ ਦੀ ਇੱਕ ਵੱਡੀ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਪੁਰਾਤਨ ਹੈ। ਪੱਛਮ ਵਿੱਚ ਅਤੇ ਭਾਰਤ ਵਿੱਚ ਵੀ ਸਭ ਤੋਂ ਪਹਿਲਾਂ ਦਾਰਸ਼ਨਿਕ ਗਿਆਨ ਹੀ ਸ਼ੁਰੂ ਹੋਇਆ ਸੀ, ਜੋ ਅੱਗੇ ਆ ਕੇ ਵੱਧਦਾ ਵੱਖ-ਵੱਖ ਸ਼ਾਖਾਵਾਂ ਵਿੱਚ ਫੈਲ ਗਿਆ। ਪੱਛਮ ਵਿੱਚ ਐਥਨਜ਼ ਦੇ ਇੱਕ ਨਿਵਾਸੀ ਥੇਲਜ਼ ਦੇ ਚਿੰਤਨ ਵਿੱਚ ਇੱਕ ਇਹ ਕਲਪਨਾ ਹਾਈਪੋਥੇਸਿਸ ਬਣੀ ਸੀ ਕਿ ਦੁਨੀਆ ਦਾ ਮੂਲ ਤੱਤ ਸਬਸਟੈਂਸ ਪਾਣੀ ਹੈ। ਇਸ ਤੋਂ ਹੀ ਗਿਆਨ ਬਣਨਾ ਸ਼ੁਰੂ ਹੋ ਗਿਆ ਅਤੇ ਅੱਜ ਹਰ ਸੰਭਵ ਪੱਖ ਤੱਕ ਪੁੱਜ ਗਿਆ ਹੈ। ਹੁਣ ਕੀ ਕਹਿ ਸਕਦੇ ਹਾਂ ਕਿ ਦਰਸ਼ਨ ਪਰਮ ਤੱਤ ਦਾ ਗਿਆਨ ਹੈ। ਫਿਲਾਸਫੀ ਇਜ਼ ਨੌਲੇਜ ਆਫ ਅਲਟੀਮੇਟ ਰਿਐਲਿਟੀ। ਦਰਸ਼ਨ ਦਾ ਪ੍ਰਮੁੱਖ ਮੰਤਵ ਇਹ ਵੀ ਹੈ ਕਿ ਪਰਮ ਤੱਤ ਜੋ ਅਲਟੀਮੇਟ ਰਿਐਲਿਟੀ ਹੈ ਉਹ ਕੀ ਹੈ। ਜਦ ਤੱਕ ਸਾਨੂੰ ਅਜਿਹਾ ਗਿਆਨ ਨਹੀਂ ਹੁੰਦਾ ਤਦ ਤੱਕ ਬਾਕੀ ਸਿੱਟਿਆਂ ਤੇ ਪੁੱਜਣਾ ਅਸੰਭਵ ਹੈ। ਦਰਸ਼ਨ ਦੀ ਇਸ ਖੋਜ ਸੰਬੰਧੀ ਸ਼ਾਖਾ ਨੂੰ ਤੱਤ ਵਿਗਿਆਨ ਮੈਟਾਫਿਜ਼ਿਕਸ ਕਹਿੰਦੇ ਹਨ। ਬ੍ਰੈਡਲੇ ਤਾਂ ਇੱਥੋਂ ਤੱਕ ਕਹਿੰਦਾ ਹੈ ਕਿ ਕੇਵਲ ਅਜਿਹਾ ਗਿਆਨ ਹੀ ਦਰਸ਼ਨ ਹੈ। ਹੁਣ ਦਰਸ਼ਨ ਜੀਵਨ ਦੀ ਨਿਯਮਾਵਲੀ ਹੈ। ਫਿਲਾਸਫੀਜ਼ ਕੋਡ ਆਫ ਕੰਡਕਟ। ਦਰਸ਼ਨ ਦੀ ਇੱਕ ਵੱਖਰੀ ਮਹੱਤਤਾ ਇਹ ਹੈ ਕਿ ਉਹ ਜੀਵਨ ਨੂੰ ਸੇਧ ਬਖਸ਼ਦਾ ਹੈ। ਇਹ ਮਨੁੱਖ ਦੇ ਸਮਾਜਿਕ ਜੀਵਨ ਸੰਬੰਧੀ ਨਿਯਮ ਜਾਂ ਵਿਹਾਰ ਨਿਰਧਾਰਿਤ ਕਰਦਾ ਹੈ, ਜਿਸ ਨਾਲ ਮਨੁੱਖ ਸ਼ਾਂਤੀ ਨਾਲ ਰਹਿੰਦਿਆਂ ਆਪਣੇ ਉਦੇਸ਼ ਪ੍ਰਾਪਤ ਕਰ ਸਕਦਾ ਹੈ। ਦਰਸ਼ਨ ਦੇ ਅਜਿਹੇ ਕੰਮ ਉਸ ਦੀਆਂ ਸ਼ਾਖਾਵਾਂ ਨੀਤੀ ਸ਼ਾਸਤਰ, ਮੁੱਲ ਵਿਗਿਆਨ ਅਤੇ ਸੁੰਦਰਤਾ ਸ਼ਾਸਤਰ ਆਦਿ ਕਰਦੇ ਹਨ। ਆਲੋਚਨਾਤਮਕ ਅਧਿਐਨ ਕ੍ਰਿਟੀਕਲ ਸਟੱਡੀ। ਦਰਸ਼ਨ ਦਾ ਪ੍ਰਮੁੱਖ ਕੰਮ ਦੂਸਰੇ ਵਿਸ਼ਿਆਂ ਦੀ ਆਲੋਚਨਾ ਕਰਨਾ ਵੀ ਹੈ, ਜਿਸ ਨਾਲ ਉਹ ਵਿਸ਼ੇ ਆਪਣੇ ਸਿੱਟਿਆਂ ਤੇ ਪੁੱਜ ਸਕਦੇ ਹਨ। ਪਰ ਪੂਰਨ ਸੱਚ ਨੂੰ ਆਲੋਚਨਾਤਮਕ ਸ਼ੋਅ ਦੀ ਲੋੜ ਹੁੰਦੀ ਹੈ ਜੋ ਦਰਸ਼ਨ ਕਰਦਾ ਹੈ। ਇਸ ਤੋਂ ਇਲਾਵਾ ਇਹ ਦੂਸਰੇ ਵਿਸ਼ਿਆਂ ਦੀ ਦਿਸ਼ਾ ਵੀ ਨਿਰਧਾਰਿਤ ਕਰਦਾ ਹੈ, ਕਿਉਂਕਿ ਉਹਨਾਂ ਦਾ ਉਦੇਸ਼ ਸਮਾਜ ਜਾਂ ਮਨੁੱਖੀ ਕਲਿਆਣ ਹੈ, ਜਿਸ ਸੰਬੰਧੀ ਦਰਸ਼ਨ ਇੱਕ ਪ੍ਰਮੁੱਖ ਰੋਲ ਨਿਭਾਉਂਦਾ ਹੈ। ਇਸ ਤੋਂ ਇਲਾਵਾ ਕਿ ਦਰਸ਼ਨ ਦੇ ਸਿੱਟੇ ਕਦੇ ਵੀ ਅੰਤਮ ਨਹੀਂ ਹੁੰਦੇ। ਦਰਸ਼ਨ ਦੀ ਇਹ ਮਾਨਤਾ ਹੈ ਕਿ ਗਿਆਨ ਇੱਕ ਅਥਾਹ ਸਮੁੰਦਰ ਦੀ ਤਰ੍ਹਾਂ ਹੈ। ਸਦੀਆਂ ਤੋਂ ਮਨੁੱਖ ਇਸ ਵਿੱਚ ਧੁੱਸਦਾ ਆ ਰਿਹਾ ਹੈ, ਪਰ ਅੰਤ ਨਹੀਂ ਪ੍ਰਾਪਤ ਕਰ ਸਕਿਆ। ਇਸ ਲਈ ਅੱਜ ਕੱਲ੍ਹ ਵੀ ਕਈ ਸਿੱਟਿਆਂ ਨੂੰ ਅੰਤਮ ਨਹੀਂ ਮੰਨਿਆ ਗਿਆ। ਨਾਲ ਹੀ ਦਰਸ਼ਨ ਦਾ ਕੰਮ ਬੁੱਧੀ ਨੂੰ ਤੇਜ਼ ਕਰਨਾ ਵੀ ਹੈ। ਜੇਕਰ ਸਿੱਟਿਆਂ ਨੂੰ ਅੰਤਮ ਮੰਨ ਲਿਆ ਜਾਵੇ ਤਾਂ ਬੁੱਧੀ ਹੋਰ ਤੇਜ਼ ਹੋਣਾ ਰੁਕ ਜਾਵੇਗੀ। ਇਸ ਲਈ ਸਿੱਟਿਆਂ ਨੂੰ ਕੇਵਲ ਨਾਮਾਤਰ ਹੀ ਮੰਨਿਆ ਜਾਂਦਾ ਹੈ। ਹੁਣ ਦਰਸ਼ਨ ਸ਼ਾਸਤਰ ਵਿਚਾਰਾਂ ਦਾ ਤਾਰਕਿਕ ਵਿਸ਼ਲੇਸ਼ਣ ਹੈ। ਇਹ ਵੀ ਇੱਕ ਇਹਦੀ ਵਿਸ਼ੇਸ਼ਤਾ ਹੈ। ਦਰਸ਼ਨ ਸ਼ਾਸਤਰ ਦੀ ਪ੍ਰਮੁੱਖ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਮਨੁੱਖ ਦੇ ਵਿਚਾਰਾਂ ਦਾ ਤਾਰਕਿਕ ਅਧਿਐਨ ਕਰਦਾ ਹੈ। ਸ਼ੁੱਧ ਵਿਚਾਰ ਜਾਂ ਤਰਕ ਦਰਸ਼ਨ ਦੀ ਜਾਣ ਹੈ। ਇਸ ਨਾਲ ਮਨੁੱਖ ਇਹ ਜਾਣ ਜਾਂਦਾ ਹੈ ਕਿ ਕੇਵਲ ਸਿੱਧੜ ਵਿਚਾਰ ਹੀ ਗਿਆਨ ਨਹੀਂ ਹਨ ਜਾਂ ਕੇਵਲ ਇਹ ਹੀ ਜੀਵਨ ਸੇਧ ਨਹੀਂ ਬਣਾ ਸਕਦੇ। ਇਸ ਲਈ ਉਸ ਨੂੰ ਤਾਰਕਿਕ ਬਣਨਾ ਪੈਂਦਾ ਹੈ। ਹੁਣ ਦਰਸ਼ਨ ਗਿਆਨ ਅਤੇ ਕਾਰਜ ਦਾ ਸੁਮੇਲ ਹੈ। ਜਿਵੇਂ ਕਿ ਇਬਨ ਸੀਨਾ ਨੇ ਆਪਣੀ ਪਰਿਭਾਸ਼ਾ ਵਿੱਚ ਦਰਸਾਇਆ ਹੈ ਕਿ ਦਰਸ਼ਨ ਜਾਂ ਸਹੀ ਸਿਆਣਪ ਗਿਆਨ ਅਤੇ ਕਾਰਜ ਦੋਹਾਂ ਦਾ ਸੁਮੇਲ ਹੈ। ਯਾਨੀ ਕਿ ਦਰਸ਼ਨ ਹੀ ਕੇਵਲ ਇੱਕੋ ਇੱਕ ਵਿਗਿਆਨ ਹੈ ਜੋ ਹਰ ਗਿਆਨ ਨੂੰ ਕਾਰਜ ਦਾ ਰੂਪ ਦਿੰਦਾ ਹੈ। ਗਿਆਨ ਅਤੇ ਕਾਰਜ ਦੋਵੇਂ ਦਾਰਸ਼ਨਿਕ ਕਿਰਿਆਵਾਂ ਦੇ ਤੱਤ ਹਨ। ਹੁਣ ਦਰਸ਼ਨ ਪ੍ਰਗਤੀਸ਼ੀਲ ਹੈ। ਇਹਦੀ ਇੱਕ ਵਿਸ਼ੇਸ਼ਤਾ, ਦਰਸ਼ਨ ਦਾ ਕੋਈ ਅੰਤ ਨਹੀਂ। ਦਰਸ਼ਨ ਮਨੁੱਖਤਾ ਦਾ ਤੱਤ ਹੈ। ਜਦ ਤੱਕ ਮਨੁੱਖਤਾ ਰਹੇਗੀ ਤਦ ਤੱਕ ਦਰਸ਼ਨ ਚੱਲਦਾ ਰਹੇਗਾ। ਜਿਸ ਤਰ੍ਹਾਂ ਮਨੁੱਖਤਾ ਅੱਗੇ ਵੱਧਦੀ ਰਹੇਗੀ, ਤਰੱਕੀ ਕਰਦੀ ਰਹੇਗੀ, ਉਸੇ ਤਰ੍ਹਾਂ ਦਰਸ਼ਨ ਵੀ ਨਿਰੰਤਰ ਤਰੱਕੀ ਪ੍ਰਗਤੀ ਕਰਦਾ ਰਹਿੰਦਾ ਹੈ। ਇਸ ਦੀ ਪ੍ਰਗਤੀ ਦਾ, ਤਰੱਕੀ ਦਾ ਜਾਂ ਅੱਗੇ ਵਧਣ ਦਾ ਕੋਈ ਅੰਤ ਨਹੀਂ ਹੈ।
ਉਮੀਦ ਹੈ ਕਿ ਤੁਹਾਨੂੰ ਇਹ ਮੇਰੀਆਂ 4 ਲਾਈਨਾਂ ਅੱਛੀਆਂ ਲੱਗੀਆਂ ਹੋਣਗੀਆਂ। ਅਗਰ ਤੁਹਾਨੂੰ ਅੱਛੀਆਂ ਲੱਗੀਆਂ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸ਼ੇਅਰ ਕਰੋ ਅਤੇ ਲਾਈਕ ਕਰੋ। ਧੰਨਵਾਦ, ਸ਼ੁਕਰੀਆ।